ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਸਿੱਖ ਰਹਿਤ ਸੁਨਹੁ ਮੇਰੇ ਮੀਤ, ਓਠੇ ਪ੍ਰਭਾਤ ਕਰੇ ਹਿਤ ਚੀਤ। ਵਾਹਿਗੁਰੂ ਪੁੰਨ ਮੰਤਰ ਸੋ ਜਾਪ, ਕਰ ਇਸਨਾਨ ਪੜੇ ਜਪ ਜਾਪ। ਗੁਰ ਸਿੱਖ ਰਹਿਤ ਸੁਨਹੁ ਮੇਰੇ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਗਰੀਬ ਨਿਵਾਜ ਜੁਗੋ ਜੁਗ ਅਟਲ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਹਜੂਰੇ ਅਨਵਰ ਸ਼ਹਿਨਸ਼ਾਹੇ ਦੋ ਜਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗਾਂ ਦਾ ਸਦਕਾ ਪੂਰੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਸੰਗਤ ਪ੍ਰਾਪਤ ਹੋਈ। ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਅਸੀਂ ਕਲਯੁਗੀ ਜੀਵਾਂ ਦੇ ਉੱਪਰ ਤਰਸ ਕਰਦਿਆਂ ਹੋਇਆਂ ਇਹ ਸਤ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ੀਆਂ। ਆਓ ਜੀ, ਗੁਰੂ ਕੇ ਰਹਿਤਨਾਮਿਆਂ ਦੀ ਜੋ ਗੁਰੂ ਕੀ ਹਜ਼ੂਰੀ ਦੇ ਵਿੱਚ ਗੁਰੂ ਕੇ ਹਜ਼ੂਰੀਏ ਸਿੱਖ ਸਨ ਭਾਈ ਨੰਦ ਲਾਲ ਸਿੰਘ ਜੀ। ਰਹਿਤਨਾਮਾ ਭਾਈ ਨੰਦ ਲਾਲ ਸਿੰਘ ਜੀ, ਜੋ ਗੁਰੂ ਕੇ ਪਿਆਰੇ ਦੁਲਾਰੇ, ਪ੍ਰੇਮ ਦੇ ਨਾਲ ਗੁਰੂ ਕੀ ਭਗਤੀ ਕਰਨ ਵਾਲੇ ਅਤੇ ਛਿਨ ਛਿਨ ਮਾਤਰ ਗੁਰੂ ਕੇ ਹਰੇਕ ਬਚਨ ਦੇ ਉੱਪਰ ਪਹਿਰਾ ਦੇਣ ਵਾਲੇ ਭਾਈ ਨੰਦ ਲਾਲ ਸਿੰਘ ਜੀ। ਉਹਨਾਂ ਨੇ ਜੋ ਸਤਿਗੁਰੂ ਜੀ ਦੇ ਹੁਕਮ ਦੇ ਦੁਆਰਾ ਜੋ ਸਤਿਗੁਰੂ ਜੀ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਕੀਤੇ, ਉਹ ਬਚਨ ਆਪਣੀ ਕਲਮ ਦੇ ਨਾਲ ਕਲਮਬੰਦ ਕੀਤੇ ਨੇ, ਲਿਖੇ ਨੇ। ਆਓ ਜੀ, ਬੜੇ ਪਿਆਰ ਦੇ ਸਹਿਤ ਸਰਵਣ ਕਰੀਏ। ਗੁਰ ਸਿੱਖ ਰਹਿਤ ਸੁਨਹੁ ਮੇਰੇ ਮੀਤ। ਗੁਰੂ ਕੇ ਸਿੱਖੋ, ਗੁਰੂ ਕੇ ਮਿੱਤਰੋ, ਗੁਰੂ ਕੇ ਪਿਆਰੇ ਸਿੱਖੋ। ਗੁਰਸਿੱਖਾਂ ਦੀ ਜਿਹੜੀ ਰਹਿਤ ਹੈ ਨਾ, ਉਹ ਬੜੇ ਪਿਆਰ ਦੇ ਸਹਿਤ ਸੁਣਨਾ ਕਰੋ ਜੀ। ਉੱਠ ਪ੍ਰਭਾਤ ਕਰੇ ਹਿਤ ਚੀਤ। ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਸਿੱਖ ਪ੍ਰਭਾਤ ਭਾਵ ਕੇ ਅੰਮ੍ਰਿਤ ਵੇਲੇ ਉੱਠੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਤੇ ਇਸ ਪ੍ਰਕਾਰ ਬਚਨ ਕਹੇ ਨੇ ਕਿ ਜੋ ਬਹਿੰਦਿਆ ਉੱਠਦਿਆ ਧਿਆਵੈ, ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਤੋ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਗੁਰੂ ਕੇ ਸਿੱਖੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ। ਇਸ਼ਨਾਨ ਪਾਨ ਕਰਕੇ ਪਰਮਾਤਮਾ ਦੇ ਨਾਮ ਬਾਣੀ ਦੇ ਵਿੱਚ ਚਿੱਤ ਬਿਰਤੀ ਨੂੰ ਜੋੜਨਾ ਕਰੋ। ਉੱਠ ਪ੍ਰਭਾਤ ਕਰੇ ਹਿਤ ਚੀਤ। ਪ੍ਰਭਾਤ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਅਤੇ ਚਿੱਤ ਬਿਰਤੀ ਦੇ ਵਿੱਚ ਪ੍ਰੇਮ ਧਾਰਨ ਕਰਕੇ ਪ੍ਰਮਾਤਮਾ ਦਾ ਨਾਮ ਜਪੇ। ਹਾਂਜੀ, ਅੱਗੇ ਬਚਨ ਕਹੇ ਨੇ। ਵਾਹਿਗੁਰੂ ਪੁੰਨ ਮੰਤਰ ਸੋ ਜਾਪ। ਹਾਂਜੀ, ਵਾਹਿਗੁਰੂ 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 ਜੀ ਦਾ ਜੋ ਮੰਤਰ ਹੈ ਨਾ, ਉਹਨੂੰ ਜਪਣਾ ਕਰੇ, ਜੋ ਸਤਿਗੁਰੂ ਜੀ ਨੇ ਬਖਸ਼ਿਆ ਹੈ। ਪੰਜ ਪਿਆਰੇ ਸਿੰਘਾਂ ਨੇ ਮੂਲ ਮੰਤਰ ਅਤੇ ਗੁਰ ਮੰਤਰ ਜੋ ਜਾਪ ਬਖਸ਼ਿਆ ਅਤੇ ਫਿਰ ਪੰਜ ਬਾਣੀਆਂ ਦਾ ਨਿਤਨੇਮ ਕਰਨਾ। ਕਰ ਇਸਨਾਨ ਪੜੇ ਜਪ ਜਾਪ। ਜੋ ਬਾਣੀ ਪੜੇ ਇਸ਼ਨਾਨ ਪਾਨ ਕਰਕੇ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਫਿਰ ਜਪਜੀ ਸਾਹਿਬ ਦਾ ਅਤੇ ਜਾਪ ਸਾਹਿਬ ਜੀ ਦਾ ਪਾਠ ਕਰਨਾ ਕਰੇ, ਭਾਵ ਕੇ ਪੰਜ ਬਾਣੀਆਂ ਦਾ ਨਿਤਨੇਮ ਕਰੇ। ਗੁਰੂ ਕੇ ਪਿਆਰੇ ਦੁਲਾਰੇ ਨਿਤਨੇਮੀ ਸਿੰਘ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹਨ, ਪੰਜ ਗ੍ਰੰਥੀ ਦਾ ਨਿਤਨੇਮ ਕਰਦੇ। ਸੁਖਮਣੀ ਸਾਹਿਬ, ਆਸਾ ਜੀ ਦੀ ਵਾਰ, 52 ਅੱਖਰੀ, ਦੱਖਣੀ ਓਂਕਾਰ, ਸਿੱਧ ਗੋਸ਼ਟ ਅਤੇ ਇਤ ਆਦਿਕ ਹੋਰ ਬਾਣੀਆਂ ਬੜੇ ਪ੍ਰੇਮ ਦੇ ਸਹਿਤ ਪੜ੍ਹਦੇ ਹਨ। ਤੇ ਕਈ ਗੁਰੂ ਕੇ ਪਿਆਰੇ ਸੁਖਮਨਾ ਸਾਹਿਬ ਵੀ ਪੜ੍ਹਦੇ ਹਨ। ਤੋ ਇਸ ਪ੍ਰਕਾਰ ਗੁਰੂ ਕੇ ਪਿਆਰੇ ਨਿਤਨੇਮ ਦੇ ਵਿੱਚ ਪ੍ਰਪੱਕ ਰਹਿੰਦੇ ਹਨ।
ਦਰਸ਼ਨ ਕਰੇ ਮੇਰਾ ਪੁਨ ਆਏ। ਨਿਤਨੇਮ ਕਰਕੇ ਇਸ਼ਨਾਨ ਪਾਨ ਕਰਕੇ ਆਪਣਾ ਨਿਤਨੇਮ ਸੰਪੂਰਨ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਗੁਰੂ ਕਾ ਪਿਆਰਾ ਸਿੱਖ ਫਿਰ ਸਾਡੇ ਆ ਕੇ ਦਰਸ਼ਨ ਕਰੇ। ਅਦਬ ਸਿਉ ਬੈਠ ਰਹੇ ਚਿਤ ਲਾਏ। ਅਦਬ ਦੇ ਨਾਲ ਗੁਰੂ ਕੇ ਦਰਬਾਰ ਦੇ ਵਿੱਚ ਬੈਠੇ ਚਿੱਤ ਬਿਰਤੀ ਨੂੰ ਜੋੜ ਕੇ ਗੁਰਬਾਣੀ ਦਾ ਨਿਤਨੇਮ ਗੁਰੂ ਕੇ ਦਰਬਾਰ ਦੇ ਵਿੱਚ ਹੁੰਦਾ ਤੇ ਫਿਰ ਉਸ ਤੋਂ ਉਪਰੰਤ ਗੁਰੂ ਕੀ ਪਾਵਨ ਬਾਣੀ ਦੇ ਨਿਤਨੇਮ ਤੋਂ ਉਪਰੰਤ ਸਤਿਗੁਰੂ ਜੀ ਦੀ ਦਇਆ ਦਾ ਸਦਕਾ ਜੋ ਗੁਰੂ ਕੇ ਸਿੱਖ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ ਨਾ ਤੇ ਉਹ ਗੁਰਬਾਣੀ ਦਾ ਕੀਰਤਨ ਵੀ ਸਰਵਣ ਕਰੇ ਗੁਰੂ ਕਾ ਸਿੱਖ। ਤੀਨ ਪਹਿਰ ਜਬ ਬੀਤੇ ਜਾਨ। ਹਾਂਜੀ, ਜਦੋਂ ਤੇ 3 ਪਹਿਰ ਜਦੋਂ ਬੀਤ ਜਾਣ ਇਸੇ ਹੀ ਤਰ੍ਹਾਂ ਅਦਬ ਸਿਉ ਬੈਠ। ਅਦਬ ਦੇ ਨਾਲ ਗੁਰੂ ਕਾ ਸਿੱਖ ਬੈਠਾ ਰਹੇ ਗੁਰੂ ਕੇ ਦਰਬਾਰ ਦੇ ਵਿੱਚ ਚਿੱਤ ਬਿਰਤੀ ਨੂੰ ਜੋੜ ਕੇ। 3 ਪਹਿਰ ਜਬ ਬੀਤੇ ਜਾਨ। ਜਦੋਂ ਇਹ ਜਾਣ ਲਵੇ ਕਿ 3 ਪਹਿਰ ਬਤੀਤ ਹੋ ਗਏ ਨੇ, 3 ਪਹਿਰ ਪੂਰੇ ਹੋ ਗਏ ਨੇ। ਕਥਾ ਸੁਨੈ ਗੁਰ ਹਿਤ ਚਿਤ ਠਾਨ। ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਅਰਦਾਸਾ ਜਦੋਂ ਹੋਵੇ ਤੇ ਫਿਰ ਗੁਰੂ ਕਾ ਸਿੱਖ ਗੁਰਬਾਣੀ ਦੀ ਜੋ ਕਥਾ ਹੈ ਨਾ, ਅਰਦਾਸ ਤੋਂ ਉਪਰੰਤ ਜੋ ਸਤਿਗੁਰੂ ਜੀ ਆਪਣੇ ਮੁਖ ਤੋਂ ਮੁਖ ਵਾਕ ਬਖਸ਼ਣ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਅਤੇ ਲੜੀਵਾਰ ਕਥਾ ਵਿਚਾਰ ਸਰਵਣ ਕਰੇ। ਕਥਾ ਸੁਨੈ ਗੁਰ ਹਿਤ ਚਿਤ ਠਾਨ। ਗੁਰੂ ਕੇ ਚਰਨਾਂ ਦੇ ਨਾਲ, ਨਾਮ ਰੂਪ ਚਰਨਾਂ ਦੇ ਨਾਲ, ਬਾਣੀ ਦੇ ਨਾਲ ਚਿੱਤ ਬਿਰਤੀ ਨੂੰ ਜੋੜ ਕੇ ਤੇ ਫਿਰ ਗੁਰਬਾਣੀ ਦੀ ਕਥਾ ਸੁਣਨਾ ਕਰੇ ਗੁਰੂ ਕਾ ਸਿੱਖ। ਕਥਾ ਸੁਣਤ ਮਨ ਹਰਿਆ ਹੋਵੈ, ਫਿਰ ਦਿਨ ਸਰੈਣ ਹਰ ਕੀਰਤਨ ਗਾਈਐ, ਸੋ ਜਨ ਜਮ ਕੀ ਵਾਟ ਨਾ ਪਾਈਐ। ਕਥਾ ਕੀਰਤਨ ਸੁਖਦਾਈ, ਇਹ ਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ। ਸੰਧਿਆ ਸਮੇਂ ਸੁਨੈ ਰਹਿ ਰਾਸ। ਸੰਧਿਆ ਦੇ ਸਮੇਂ ਗੁਰੂ ਕੇ ਦਰਬਾਰ ਦੇ ਵਿੱਚ ਬੈਠ ਕੇ ਪ੍ਰੇਮ ਦੇ ਵਿੱਚ ਭਿੱਜ ਕੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਸਰਵਣ ਕਰਨਾ ਕਰੇ। ਰਹਿਰਾਸ ਸਾਹਿਬ ਜੀ ਦਾ ਪਾਠ ਕਰਕੇ ਤੇ ਉਸ ਤੋਂ ਉਪਰੰਤ ਫਿਰ ਅਰਦਾਸਾ ਕਰਨਾ ਚਾਹੀਦਾ ਹੈ। ਇਹ 10ਵੇਂ ਪਾਤਸ਼ਾਹ ਜੀ ਨੇ ਜੋ 52 ਬਚਨ 52 ਹੁਕਮ ਕੀਤੇ ਨੇ ਨਾ, ਜੋ ਸਤਿਗੁਰੂ ਜੀ ਨੇ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਅਬਚਲ ਨਗਰ ਵਿਖੇ ਭਾਵ ਕੇ ਜਦੋਂ ਸਤਿਗੁਰੂ ਜੀ ਜੋਤੀ ਜੋਤ ਸਮਾਏ ਨੇ ਉਸ ਤੋਂ ਪਹਿਲਾਂ 10ਵੇਂ ਪਾਤਸ਼ਾਹ ਜੀ ਨੇ 52 ਹੁਕਮ ਕੀਤੇ ਨੇ। 52 ਬਚਨ ਜਿਹੜੇ ਕੀਤੇ ਨੇ ਨਾ ਸਤਿਗੁਰੂ ਜੀ ਨੇ, ਉਹਨਾਂ ਦੇ ਵਿੱਚ ਇਹ ਬਚਨ ਆਏ ਨੇ ਕਿ ਰਹਿਰਾਸ ਸਾਹਿਬ ਜੀ ਦਾ ਪਾਠ ਕਰਕੇ ਅਰਦਾਸਾ ਜ਼ਰੂਰ ਕਰਨਾ ਹੈ। ਅਰਦਾਸੇ ਤੋਂ ਉਪਰੰਤ ਫਿਰ ਹੁਕਮਨਾਮਾ ਸਾਹਿਬ ਤੇ ਹੁਕਮਨਾਮਾ ਸਾਹਿਬ ਤੋਂ ਬਾਅਦ ਫਿਰ ਕੀਰਤਨ ਹੋਵੇ, ਆਰਤਾ ਹੋਵੇ। ਆਰਤਾ ਕਰਕੇ ਫਿਰ ਗੁਰਬਾਣੀ ਦੇ ਸ਼ਬਦ ਉਚਾਰਨ ਕਰਨੇ ਨੇ। ਰਾਗੀ ਸਿੰਘਾਂ ਨੇ ਸੰਧਿਆ ਸਮੇਂ ਰਹਿਰਾਸ ਸਾਹਿਬ ਜੀ ਦਾ ਪਾਠ ਪੜ੍ਹੇ ਤੇ ਜਾਂ ਫਿਰ ਸੁਣੇ। ਕੀਰਤਨ ਕਥਾ ਸੁਨੈ ਹਰਿ ਜਾਸ। ਕੀਰਤਨ ਸੁਣੇ, ਗੁਰਬਾਣੀ ਦੀ ਕਥਾ, ਇਤਿਹਾਸ ਦੀ ਕਥਾ ਸੁਣੇ, ਗੁਰੂ ਕਾ ਜਸ ਸੁਣੇ, ਗੁਰੂ ਕਾ ਪਿਆਰਾ ਸਿੱਖ। ਇਨ ਪੈ ਨੇਮ ਜੋ ਏਕ ਕਰਾਏ। ਇਹ ਸਾਰੇ ਜਿਹੜੇ ਨੇਮ ਨੇ ਇਹਨਾਂ ਦੇ ਵਿੱਚੋਂ ਇੱਕ ਵੀ ਕੋਈ ਨਿਭਾ ਲੈਣਾ ਕਰੇ। ਸੋ ਸਿੱਖ ਅਮਰਪੁਰੀ ਮਹਿ ਜਾਏ। ਉਹ ਸਿੱਖ ਹੈ ਨਾ ਜਿਹੜਾ ਅਮਰਪੁਰੀ ਭਾਵ ਕੇ ਅਮਰ ਹੋ ਜਾਂਦਾ ਹੈ ਅਤੇ ਸੱਚਖੰਡ ਵਿਖੇ ਪਹੁੰਚ ਜਾਂਦਾ ਹੈ, ਉਹ ਗੁਰੂ ਕਾ ਸਿੱਖ ਜੋ ਮਨ ਬਾਣੀ ਸਰੀਰ ਕਰਕੇ ਇਹ ਨੇਮ ਨੂੰ ਨਿਭਾਉਂਦਾ ਹੈ। 5 ਨੇਮ ਕਰ ਸਿੱਖ ਜੋ ਧਾਰਹਿ। ਹਾਂਜੀ, 5 ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਅਤੇ 2 ਬਾਣੀਆਂ ਦਾ ਨਿਤਨੇਮ ਗੁਰੂ ਕਾ ਸਿੱਖ ਜੋ ਧਾਰਨ ਕਰਕੇ ਰੱਖਦਾ ਹੈ। ਉੱਪਰ ਰਹਿਰਾਸ ਸਾਹਿਬ ਜੀ ਦਾ ਹੁਕਮ ਸਤਿਗੁਰੂ ਜੀ ਨੇ ਕਰ ਦਿੱਤਾ ਹੈ ਤੇ ਜਿਹੜਾ ਇਹ ਨੇਮ ਧਾਰਨ ਕਰਕੇ ਰੱਖਦਾ ਏ 5 ਕਕਾਰਾਂ ਦੀ ਰਹਿਤ ਦੇ ਵਿੱਚ ਪਰਪੱਕ ਰਹਿੰਦਾ, 5 ਬਾਣੀਆਂ ਦਾ ਨਿਤਨੇਮ ਕਰਦਾ ਹੈ ਅੰਮ੍ਰਿਤ ਵੇਲੇ ਤੇ ਸ਼ਾਮ ਦੇ ਸਮੇਂ ਰਹਿਰਾਸ ਸਾਹਿਬ, ਤੇ ਫਿਰ ਜਦੋਂ ਬਿਰਾਜਣਾ ਹੋਵੇ, ਆਰਾਮ ਕਰਨਾ ਹੋਵੇ, ਉਸ ਸਮੇਂ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਰੱਖਿਆ ਦੇ ਸ਼ਬਦ ਪੜ੍ਹਦਾ ਹੈ। ਪ੍ਰੇਮ ਦੇ ਵਿੱਚ ਕੀਰਤਨ ਸੋਹਿਲੇ ਦਾ ਪਾਠ ਕਰਕੇ
ਤੇ ਉਸ ਤੋਂ ਉਪਰੰਤ ਫਿਰ ਗੁਰੂ ਕੇ ਸਿੱਖ ਨੇ ਆਪਣੇ ਆਸਨ ਦੇ ਉੱਪਰ ਪੈਣ ਲੱਗਿਆਂ ਜਾਪ ਪ੍ਰਾਰੰਭ ਕਰ ਦੇਣਾ ਹੈ। ਜਾਪ ਕਰਦਿਆਂ ਕਰਦਿਆਂ ਹੀ ਨੀਂਦ ਆ ਜਾਵੇ ਤੇ ਗੁਰੂ ਕੇ ਪਿਆਰਿਓ ਜਦੋਂ ਪ੍ਰੇਮ ਦੇ ਵਿੱਚ ਭਿੱਜ ਕੇ ਨਾਮ ਦਾ ਜਾਪ ਕਰੇਗਾ ਤੇ ਫਿਰ ਉੱਥੇ ਹੀ ਬਿਰਤੀ ਟਿਕ ਜਾਣੀ ਹੈ। ਸੁੱਤਿਆਂ ਹੋਇਆਂ ਵੀ ਇਹ ਪ੍ਰਤੀਤ ਹੋਣਾ ਕਿ ਮੈਂ ਜਾਪ ਕਰ ਰਿਹਾ ਹਾਂ, ਬਾਣੀ ਪੜ੍ਹ ਰਿਹਾ ਹਾਂ। ਤੋ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਜਾਂ ਮੂਲ ਮੰਤਰ ਦਾ ਜਾਪ ਕਰਨਾ ਜਾਂ ਬਾਣੀ ਜਾਂ ਮਹਾਂਪੁਰਖਾਂ ਦੀ ਕਥਾ ਸਰਵਣ ਕਰ ਸਕਦਾ ਹੈ। ਜਾਪ ਕਰਦਿਆਂ ਕਰਦਿਆਂ ਨਾਲ ਨਾਲ ਮਹਾਂਪੁਰਖਾਂ ਦੀ ਕਥਾ ਵੀ ਸਰਵਣ ਕਰਨੀ। ਜੋ ਕਥਾ ਲਾ ਲੈਣੀ ਥੋੜ੍ਹੀ ਜਿਹੀ ਆਵਾਜ਼ ਕਰਕੇ ਪਾਸ, ਤੇ ਇੱਦਾਂ ਪ੍ਰਤੀਤ ਹੋਵੇਗਾ ਕਿ ਜੋ ਸੁੱਤਿਆਂ ਹੋਇਆ ਵੀ ਮੇਰਾ ਸਾਹ ਇੱਕ ਵੀ ਵਿਅਰਥ ਨਹੀਂ ਗਿਆ। ਤੋ ਸਤਿਗੁਰੂ ਜੀ ਨੇ ਸਫਲੇ ਕਰ ਦਿੱਤੇ ਨੇ। ਇਸ ਪ੍ਰਕਾਰ ਗੁਰੂ ਕੇ ਸਿੱਖੋ, ਗੁਰੂ ਕਾ ਸਿੱਖ ਪਿਆਰਾ ਬਾਣੀ ਦੇ ਨਾਲ ਸਦਾ ਵਾਸਤੇ ਜੁੜਿਆ ਰਹੇ। 21 ਕੁਲ ਕੁਟੰਬ ਕਉ ਤਾਰਹਿ। ਹਾਂਜੀ, ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਪੰਜਾਂ ਕਕਾਰਾਂ ਦੀ ਰਹਿਤ ਨੂੰ ਪਰਪੱਕ ਰੱਖਦਾ ਹੈ, ਪੰਜਾਂ ਕਕਾਰਾਂ ਦੀ ਰਹਿਤ ਦੇ ਵਿੱਚ ਪਰਪੱਕ ਰਹਿੰਦਾ, ਜੋ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਜੋ ਕਸ਼ਹਿਰਾ ਸੀਲ ਜਤ ਕੀ ਕੱਛ ਪਹਿਰ ਪਕੜੋ ਹਥਿਆਰਾ, ਇਸ ਪ੍ਰਕਾਰ ਦੇ ਬਚਨ ਕੀਤੇ ਨੇ ਸਤਿਗੁਰੂ ਜੀ ਨੇ ਰਹਿਤਨਾਮਿਆਂ ਦੇ ਵਿੱਚ ਕਿ ਸੀਲ ਜਤ ਦੇ ਵਿੱਚ ਜਤੀ ਸਤੀ ਰਹਿਣ ਦੇ ਵਿੱਚ ਜੋ ਪਰਪੱਕ ਰੱਖਣ ਵਾਲੀ ਜੋ ਕੱਛ ਹੈ ਭਾਵ ਕਿ ਕਸ਼ਹਿਰਾ ਹੈ, ਜਿਹੜਾ ਸਤਿਗੁਰੂ ਜੀ ਨੇ ਬਖਸ਼ਿਆ ਸੀਲ ਜਤ ਦੀ ਨਿਸ਼ਾਨੀ, ਉਹਨੂੰ ਪਹਿਰਨਾ। ਅਤੇ ਇਸੇ ਹੀ ਤਰ੍ਹਾਂ ਕਾਠ ਕਾ ਕੰਘਾ ਕੇਸੀ ਚਾੜਾ, ਜੋ ਲੱਕੜ ਦਾ ਕੰਘਾ ਹੈ ਨਾ ਜਿਹੜਾ, ਉਹਦੀ ਪ੍ਰਤਪਾਲਨਾ ਕੇਸਾਂ ਜੋ ਕੇਸਾਂ ਦੀ ਪ੍ਰਤਪਾਲਨਾ ਕੰਘੇ ਦੇ ਨਾਲ ਕਰਨੀ, ਭਾਵ ਕਿ ਕੰਘਾ ਦੋਨੋਂ ਵਕਤ ਕਰ ਪਾਗ ਚੁਨੈ ਕਰ ਬੰਧਈ, ਦਾਤਨ ਨੀਤ ਕਰੇ ਨਾ ਦੁਖ ਪਾਵੈ ਲਾਲ ਜੀ। ਤੋ ਨਿਤਾ ਪ੍ਰਤੀ ਕੰਘਾ ਕਰਨਾ, ਸਵੇਰ ਦੇ ਟਾਈਮ ਵੀ ਕੰਘਾ ਕਰਨਾ ਅਤੇ ਦੁਪਹਿਰ ਦੇ ਟਾਈਮ ਵੀ ਕੰਘਾ ਕਰਕੇ ਫੇਰ ਦਸਤਾਰਾ ਸਜਾਉਣਾ। ਤੋ ਇਸ ਪ੍ਰਕਾਰ ਜੇ ਸ਼ਾਮ ਨੂੰ ਕਿਤੇ ਚਾਲੇ ਪਾਉਣੇ ਹੋਣ ਤੇ ਫੇਰ ਵੀ, ਤੋ ਇਸ ਪ੍ਰਕਾਰ ਘੱਟ ਤੋਂ ਘੱਟ 3 ਵਾਰੀ ਤਾਂ ਜ਼ਰੂਰ ਸਿੱਖ ਨੇ ਕੰਘਾ ਕਰਨਾ ਹੈ, ਨਹੀਂ ਤਾਂ 2 ਵਾਰ ਦੁਪਹਿਰ ਦੇ ਸਮੇਂ ਵੀ ਜਦੋਂ ਗੁਰੂ ਕੇ ਦਰਬਾਰ ਦੇ ਵਿੱਚ ਆਉਣਾ ਹੋਵੇ ਸ਼ਾਮ ਦੇ ਸਮੇਂ, ਉਸ ਸਮੇਂ ਵੀ, ਕਿਉਂਕਿ ਕੰਘਾ ਕਰਨ ਦੇ ਨਾਲ ਥਕਾਵਟ ਲੱਥ ਜਾਂਦੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ ਹਨ ਜੀ, ਰਹਿਤ ਮਰਿਆਦਾ ਦੇ ਵਿੱਚ ਪਰਪੱਕ ਰਹਿਣਾ। 21 ਕੁਲ ਕੁਟੰਬ ਕਉ ਤਾਰਹਿ, ਜਿਹੜਾ ਰਹਿਤ ਬਹਿਤ ਦੇ ਵਿੱਚ ਪਰਪੱਕ ਰਹਿੰਦਾ, ਬਾਣੀ ਪੜ੍ਹਦਾ, ਪੰਜਾਂ ਬਾਣੀਆਂ ਦਾ ਨਿਤਨੇਮ ਸਵੇਰੇ, 2 ਬਾਣੀਆਂ ਦਾ ਨਿਤਨੇਮ ਸ਼ਾਮ ਨੂੰ, ਅਤੇ ਵੱਧ ਤੋਂ ਵੱਧ ਬਾਣੀ ਪੜ੍ਹਦਾ ਹੈ, ਨਿਤਨੇਮੀ ਹੈ ਗੁਰੂ ਕਾ ਸਿੱਖ, ਉਹਦਾ 21 ਕੁਲਾਂ ਦਾ ਉਧਾਰ ਹੁੰਦਾ ਹੈ। ਭਗਤ ਜਨਾ ਕੇ 21 ਕੁਲ ਉਧਾਰੇ। ਤਾਰੇ ਕੁਟੰਬ ਮੁਕਤ ਸੋ ਹੋਏ। ਆਪ ਵੀ ਤਰੇਗਾ, ਪਰਿਵਾਰ ਨੂੰ ਵੀ ਤਾਰ ਲਵੇਗਾ, ਕੁਟੰਬ ਭਾਵ ਕੇ ਪਰਿਵਾਰ ਨੂੰ ਵੀ ਤਾਰ ਲਵੇਗਾ ਤੇ ਉਹ ਮੁਕਤ ਹੋਵੇਗਾ ਗੁਰੂ ਕਾ ਸਿੱਖ। ਜਨਮ ਮਰਨ ਨਹਿ ਪਾਵਹਿ ਸੋਏ। ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਪਵੇਗਾ ਗੁਰੂ ਕਾ ਪਿਆਰਾ ਸਿੱਖ, ਜੋ ਰਹਿਤ ਬਹਿਤ ਦੇ ਵਿੱਚ ਪਰਪੱਕ ਹੋਵੇਗਾ। ਨੰਦ ਲਾਲ ਉਵਾਚ। ਹਾਂਜੀ, ਭਾਈ ਨੰਦ ਲਾਲ ਜੀ ਉਚਾਰਨ ਕਰਦੇ ਹਨ। ਭਾਈ ਨੰਦ ਲਾਲ ਜੀ ਨੇ ਗੁਰੂ ਕੇ ਬਚਨ ਸੁਣ ਕੇ ਤੇ ਲਿਖੇ ਨੇ। ਤੁਮ ਜੋ ਕਹਾ ਗੁਰਦੇਵ ਜੀ। ਹਾਂਜੀ, ਭਾਈ ਨੰਦ ਲਾਲ ਜੀ ਬੇਨਤੀ ਕਰਨ ਲੱਗੇ ਜੇ ਨੇ ਗੁਰਦੇਵ ਸਤਿਗੁਰੂ ਜੀ ਨੂੰ, ਕਹਿਣ ਲੱਗੇ ਕਿ ਗੁਰਦੇਵ ਸਤਿਗੁਰੂ ਜੀ ਉਹ ਜੋ ਆਪ ਜੀ ਨੇ ਸੁਭਾਈਮਾਨ ਮੁਖਾਰਬਿੰਦ ਤੋਂ ਬਚਨ ਕੀਤੇ ਨੇ, ਦਰਸ਼ਨ ਕਰ ਮੋਹ ਆਏ। ਤੇ ਜੋ ਸਾਡੇ ਦਰਸ਼ਨ ਕਰਨ ਵਾਸਤੇ ਆਵੇ ਗੁਰੂ ਕਾ ਸਿੱਖ। ਲਖੀਏ ਤੁਮਰਾ ਦਰਸ ਕਹਾਂ। ਹਾਂਜੀ, ਸਤਿਗੁਰੂ ਜੀ ਉਹ ਆਪ ਜੀ ਦਾ ਦਰਸ਼ਨ ਕਿੱਥੇ ਕਰਨਾ ਕਰੀਏ ਜੀ। ਕਹੋ ਮੋਹੇ ਸਮਝਾਏ। ਸਤਿਗੁਰੂ ਜੀ ਉਹ ਸਾਨੂੰ ਸਮਝਾ ਕੇ ਦੱਸਣਾ ਕਰੋ ਜੀ। ਸ੍ਰੀ ਗੁਰੂ ਵਾਚ। ਹਾਂਜੀ, ਸਤਿਗੁਰੂ ਜੀ ਆਪਣੇ ਸੁਭਾਈਮਾਨ ਮੁਖਾਰਬਿੰਦ ਤੋਂ ਬਚਨ ਕਰਨ ਲੱਗੇ ਨੇ। 3 ਰੂਪ ਹੈ ਮੋਹ ਕੇ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਨੰਦ ਲਾਲ ਜੀ ਉਹ ਸਾਡੇ 3 ਰੂਪ ਹਨ। ਸੁਨਹੁ ਨੰਦ ਚਿਤ ਲਾਏ। ਹੇ ਭਾਈ ਨੰਦ ਲਾਲ ਜੀ, ਚਿੱਤ ਬਿਰਤੀ ਨੂੰ ਜੋੜ ਕੇ ਇਹ ਸੁਣਨਾ ਕਰੋ ਜੀ, ਧਿਆਨ ਦੇ ਕੇ। ਨਿਰਗੁਣ ਸਰਗੁਣ ਗੁਰ ਸ਼ਬਦ। ਹਾਂਜੀ, ਨਿਰਗੁਣ ਤੇ ਸਰਗੁਣ ਤੇ ਫਿਰ ਗੁਰੂ ਕਾ ਸ਼ਬਦ।
ਕਹਹੁ ਤੋਹੇ ਸਮਝਾਏ। ਇਹ ਤੁਹਾਨੂੰ ਸਮਝਾ ਕੇ ਕਹਿੰਦੇ ਹਾਂ, ਧਿਆਨ ਦੇ ਸਹਿਤ ਸੁਣੋ ਜੀ। ਚੌਪਈ ਏਕ ਰੂਪ ਤਿਹੁ ਗੁਣ ਤੇ ਪਰੇ। ਹਾਂਜੀ, ਇੱਕ ਰੂਪ ਹੈ ਨਾ ਜਿਹੜਾ, ਉਹ ਤਿੰਨਾਂ ਗੁਣਾਂ ਤੋਂ ਪਰੇ ਹੈ। ਨੇਤ ਨੇਤ ਜਿਹ ਤਿੰਨਾਂ ਗੁਣਾਂ ਤੋਂ ਪਰੇ ਭਾਵ ਕੇ ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਤਿੰਨਾਂ ਗੁਣਾਂ ਤੋਂ ਪਰੇ ਹੈ ਇੱਕ ਰੂਪ। ਹਾਂਜੀ, ਅੱਗੇ ਨੇਤ 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 ਜਿਹ ਨਿਗਮ ਉਚਰੇ। ਨੇਤ ਨੇਤ ਨਿਤਾ ਪ੍ਰਤੀ ਨਿਗਮ ਭਾਵ ਕੇ ਜਿਹੜੇ ਵੇਦ ਸ਼ਾਸਤਰ ਨੇ ਨਾ, ਉਹ ਉਚਾਰਨ ਕਰਦੇ ਨੇ ਸੁੰਦਰ ਰੂਪ ਨੂੰ। ਘਾਟ ਘਟ ਵਿਆਪਕ ਅੰਤਰਜਾਮੀ। ਹਾਂਜੀ, ਘਟ ਘਟ ਘਟਾਂ ਘਟਾਂ ਦੇ ਵਿੱਚ ਵਿਆਪਕ ਹੈ ਅੰਤਰਜਾਮੀ ਪ੍ਰਮਾਤਮਾ ਵਾਹਿਗੁਰੂ ਜੀ ਦਾ ਰੂਪ। ਪੂਰ ਰਹਿਓ ਜਿਉ ਜਲ ਘਟ ਭਾਨੀ। ਹਾਂਜੀ, ਉਹ ਸਾਡਾ ਰੂਪ ਹੈ ਨਾ ਜਿਹੜਾ, ਉਹ ਘਟਾਂ ਘਟਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਪੂਰ ਰਹਿਓ ਜੋ ਜਲ ਘਟ ਭਾਨੀ। ਤੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕਹੇ ਨੇ ਕਿ ਸਾਡਾ ਜਿਹੜਾ ਵਿਆਪਕ ਰੂਪ ਪਰਿਪੂਰਨ ਹੋ ਰਿਹਾ ਹੈ ਨਾ, ਘਟ ਘਟ ਵਿਆਪਕ ਅੰਤਰਜਾਮੀ, ਘਟਾਂ ਘਟਾਂ ਦੇ ਵਿੱਚ ਸਾਰੇ ਸਰੀਰਾਂ ਦੇ ਵਿੱਚ ਅੰਤਰਜਾਮੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਵਿਆਪਕ ਹੋ ਰਿਹਾ ਹੈ। ਪੂਰ ਰਹਿਓ ਜੋ ਘਟ ਜਲ ਘਟ ਭਾਨੀ। ਤੋ ਇਸੇ ਹੀ ਤਰ੍ਹਾਂ ਪਰਿਪੂਰਨ ਹੋ ਰਿਹਾ ਹੈ ਜਲਾਂ ਦੇ ਵਿੱਚ, ਥਲਾਂ ਦੇ ਵਿੱਚ ਅਤੇ ਸਾਰੇ ਸਰੀਰਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਤੇ ਜਿਵੇਂ ਭਗਤ ਫਰੀਦ ਜੀ ਨੇ ਵੀ ਬਚਨ ਕੀਤੇ ਅਤੇ ਭਗਤ ਕਬੀਰ ਜੀ ਨੇ, ਭਗਤ ਨਾਮਦੇਵ ਜੀ ਨੇ ਬਚਨ ਕੀਤੇ ਨੇ ਕਿ ਏਕ ਅਨੇਕ ਵਿਆਪਕ ਪੂਰਕ ਜਲ ਥਲ ਮਹੀਲ ਸੋਈ। ਤੋ ਇਸੇ ਹੀ ਤਰ੍ਹਾਂ ਜੋ ਜਲਾਂ ਦੇ ਵਿੱਚ, ਥਲਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਏਕ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੋ ਸਾਰਿਆਂ ਦੇ ਵਿੱਚ ਗੋਬਿੰਦ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਸਮਾਏ ਹੋਏ ਨੇ। ਘਟਾਂ ਘਟਾਂ ਦੇ ਵਿੱਚ ਉਹ ਪ੍ਰਮਾਤਮਾ ਵਾਹਿਗੁਰੂ ਜੀ ਪਰਿਪੂਰਨ ਨੇ। ਇਸੇ ਹੀ ਤਰ੍ਹਾਂ ਭਗਤ ਨਾਮਦੇਵ ਜੀ ਨੇ ਸ਼ਬਦ ਦੇ ਅਖੀਰ ਦੇ ਵਿੱਚ ਬਚਨ ਕੀਤੇ ਨੇ ਕਿ ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਘਟਾਂ ਘਟਾਂ ਦੇ ਵਿੱਚ ਨਿਰੰਤਰ ਇੱਕ ਰਸ ਪਰਮਾਤਮਾ ਪਰਿਪੂਰਨ ਹੋ ਰਿਹਾ ਹੈ, ਸਮਾਇਆ ਹੋਇਆ ਹੈ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਜਿੱਥੇ ਜਿੱਥੇ ਦੇਖੀਏ ਉਹ ਪਰਮਾਤਮਾ ਵਾਹਿਗੁਰੂ ਹੀ ਪਰਿਪੂਰਨ ਹੋ ਰਿਹਾ ਹੈ। ਜਿਵੇਂ ਮਣਕੇ ਅਨੇਕਾਂ ਨੇ ਤੇ ਉਹਨਾਂ ਮਣਕਿਆਂ ਦੇ ਵਿੱਚ ਸੂਤ ਇੱਕ ਹੈ। ਤੋ ਇਸੇ ਹੀ ਤਰ੍ਹਾਂ ਜੀਵਾਂ ਰੂਪ ਮਣਕਿਆਂ ਦੇ ਵਿੱਚ ਵੀ ਪ੍ਰਮਾਤਮਾ ਦੀ ਚੇਤਨ ਸਤਾ ਰੂਪ ਸੂਤ ਸਮਾਇਆ ਹੋਇਆ ਹੈ। ਜੋ ਜੀਵਾਂ ਰੂਪ ਮਣਕੇ ਬੜੇ ਸੁੰਦਰ ਅਨੇਕਾਂ ਨੇ, ਵੱਖੋ ਵੱਖਰੇ ਹਨ। ਤੇ ਫਿਰ ਪਰਮਾਤਮਾ ਦੀ ਜੋਤ ਹੈ ਜਿਹੜੀ, ਉਹ ਸੂਤ ਦੀ ਤਰ੍ਹਾਂ ਸਮਾਈ ਹੋਈ ਹੈ। ਦੂਸਰ ਰੂਪ ਗ੍ਰੰਥ ਜੀ ਜਾਣੋ। ਹਾਂਜੀ, ਦੂਸਰਾ ਜਿਹੜਾ ਰੂਪ ਹੈ ਉਹ ਗ੍ਰੰਥ ਜੀ ਜਾਣਨਾ ਕਰੋ। ਗੁਰੂ ਗ੍ਰੰਥ ਸਾਹਿਬ ਜੀ ਅਤੇ ਸ਼ਬਦ ਰੂਪ ਦੇ ਵਿੱਚ ਹੀ ਸਮਾਇਆ ਹੋਇਆ ਹੈ। ਫਿਰ ਸਤਿਗੁਰੂ ਜੀ ਨੇ ਸਾਡੇ ਉੱਪਰ ਬਖਸ਼ਿਸ਼ ਕੀਤੀ ਹੈ। ਵਰਨਾਤਮਕ ਬਾਣੀ, ਧੁਨਾਤਮਕ ਬਾਣੀ ਸਾਨੂੰ ਬਖਸ਼ੀ ਹੈ। ਵਰਨਾਤਮਕ ਤੋਂ ਭਾਵ ਹੈ ਵਰਨ, ਅੱਖਰਾਂ ਨੂੰ ਕਹਿੰਦੇ ਹਨ। ਅੱਖਰਾਂ ਦੇ ਵਿੱਚ ਅੱਖਰ ਜਦੋਂ ਪੜ੍ਹੀਏ ਤੇ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਤੇ ਧੁਨਾਤਮਕ ਬਾਣੀ ਜਿਵੇਂ ਦੂਰ ਬੈਠੇ ਨੇ ਸਿੰਘ, ਜਾਂ ਜੋ ਸਪੀਕਰ ਦੇ ਵਿੱਚ ਜੋ ਦੂਰ ਆਵਾਜ਼ ਆਉਂਦੀ ਹੁੰਦੀ, ਜਿਵੇਂ ਜੋ ਪੰਜਾਬ ਦੇਸ਼ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਦੇ ਹੋਈ ਦਾ ਤੇ ਗੁਰਦੁਆਰਾ ਸਾਹਿਬ ਜੀ ਤੋਂ ਆਵਾਜ਼ ਆਉਂਦੀ ਹੈ, ਹੁਕਮਨਾਮਾ ਸਾਹਿਬ ਜਾਂ 9ਵੇਂ ਪਾਤਸ਼ਾਹ ਜੀ ਦੇ ਸ਼ਲੋਕ ਪੜ੍ਹੇ ਜਾਂਦੇ ਹੋਣ ਤੇ ਜਿਹੜਾ ਸ਼ਾਂਤ ਮਾਹੌਲ ਦੇ ਵਿੱਚ ਗੁਰੂ ਕਾ ਸਿੱਖ ਕੰਮਕਾਰ ਕਰਦਾ ਹੋਵੇ ਤੇ ਉਹ ਕੰਮਕਾਰ ਕਰਦਿਆਂ ਹੋਇਆਂ ਉਹਨੂੰ ਸ਼ਾਂਤ ਮਾਹੌਲ ਦੇ ਵਿੱਚ ਜਦੋਂ ਬਾਣੀ ਸੁਣਦੀ ਹੈ ਨਾ, ਤੇ ਮਨ ਖਿੱਚ ਲੈਂਦੀ ਹੈ ਗੁਰਬਾਣੀ। ਬੜਾ ਆਨੰਦ ਪ੍ਰਾਪਤ ਹੁੰਦਾ ਹੈ ਜਦੋਂ ਸ਼ਾਂਤ ਮਾਹੌਲ ਦੇ ਵਿੱਚ ਇਕੱਲੇ ਕੰਮ ਕਰਦੇ, 2-4 ਜਾਣੇ ਕੰਮ ਕਰਦੇ ਹੋਣ ਤੇ ਫਿਰ ਜਿਹੜਾ ਪ੍ਰੇਮ ਦੇ ਨਾਲ ਬਾਣੀ ਸੁਣਨ ਵਾਲਾ ਹੋਵੇ ਉਹ ਕਹਿੰਦਾ ਹੈ ਕਿ ਭਾਈ ਗੱਲਾਂ ਨਾ ਕਰੋ, ਗੁਰਬਾਣੀ ਦਾ ਪਾਠ ਹੁੰਦਾ ਹੈ, ਹੁਣ ਰਹਿਰਾਸ ਸਾਹਿਬ ਜੀ ਦਾ ਪਾਠ ਹੁੰਦਾ, ਹੁਣ ਅੰਮ੍ਰਿਤ ਵੇਲੇ ਨਿਤਨੇਮ ਹੁੰਦਾ ਹੈ, ਜਾਂ ਕਿਸੇ ਨੇ ਪਾਠ ਪ੍ਰਾਰੰਭ ਕਰਵਾਇਆ ਸੀ ਤੇ ਅੱਜ ਭੋਗ ਪੈ ਰਿਹਾ ਹੈ, ਪਾਠੀ ਸਿੰਘ ਭੋਗ ਦੇ ਸ਼ਲੋਕ ਪੜ੍ਹਦੇ ਨੇ ਤੇ ਹੁਣ ਗੱਲਾਂ ਨਾ ਕਰੋ, ਲਾਹਾ ਲਓ, ਗੁਰਬਾਣੀ ਸਰਵਣ ਕਰੋ ਕੰਮ ਕਰਦਿਆਂ ਤੇ ਉਹ ਸ਼ਾਂਤ ਮਾਹੌਲ ਦੇ ਵਿੱਚ ਖੇਤਾਂ ਦੇ ਵਿੱਚ ਕੋਈ ਬੋਲ ਚਾਲ ਬਹੁਤਾ ਨਹੀਂ ਹੁੰਦਾ ਤੇ ਐਵੇਂ ਦਿਲ ਕਰਦਾ ਹੈ ਕਿ ਗੁਰੂ ਘਰ ਜਾ ਕੇ ਬਾਣੀ ਸਰਵਣ ਕਰੀਏ।
ਤੋ ਬੜੇ ਆਨੰਦ ਦੇ ਵਿੱਚ ਗੁਰੂ ਕੇ ਸਿੱਖ ਬਾਣੀ ਸਰਵਣ ਕਰਦੇ ਨੇ। ਕਹਿਣ ਤੋਂ ਭਾਵ ਕਿ ਉਹ ਧੁਨਾਤਮਕ ਬਾਣੀ ਹੈ, ਧੁਨੀ ਆਉਂਦੀ ਹੈ, ਧੁਨੀ ਦੀ ਆਵਾਜ਼ ਹੀ ਆ ਰਹੀ ਹੈ। ਤੇ ਜਿਹੜੇ ਪ੍ਰੇਮ ਦੇ ਨਾਲ ਪੜ੍ਹਨ ਵਾਲੇ ਹੁੰਦੇ ਨੇ ਨਾ, ਉਹ ਬਾਣੀ, ਉਹਨਾਂ ਦੀ ਪੜ੍ਹੀ ਹੋਈ ਬਾਣੀ ਮੋਹ ਲੈਂਦੀ ਹੈ ਤੇ ਹੋਰ ਸੁਣਨ ਨੂੰ ਜੀ ਕਰਦਾ ਹੈ ਜੇ ਬਾਣੀ ਸਰਵਣ ਕਰੀਏ ਪ੍ਰੇਮ ਦੇ ਨਾਲ। ਆਪਨ ਅੰਗ ਮੇਰੇ ਕਰ ਮਾਨਹੁ। ਹਾਂਜੀ, ਸਤਿਗੁਰੂ ਜੀ ਬਚਨ ਕਰਦੇ ਹਨ ਕਿ ਦੂਸਰ ਰੂਪ ਗ੍ਰੰਥ ਜੀ ਜਾਣੋ। ਦੂਜਾ ਸਾਡਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਇ। ਬਾਣੀ ਜੈਸਾ ਕੋਈ ਨਹੀਂ, ਨਿਰੰਕਾਰ ਦਾ ਸਰੂਪ ਹੈ ਬਾਣੀ। ਇਸ ਕਰਕੇ ਆਪਨ ਅੰਗ ਮੇਰੇ ਕਰ ਮਾਨੋ। ਜਿਹੜੇ ਗੁਰਬਾਣੀ ਦੇ ਅੰਗ ਨੇ ਨਾ, ਗੁਰਬਾਣੀ ਦੇ ਅੱਖਰ ਨੇ ਜਿਹੜੇ, ਗੁਰਬਾਣੀ ਦੇ ਜਿਹੜੇ ਅੰਗ ਭਾਵ ਕਿ ਜਿਨ੍ਹਾਂ ਅੰਗਾਂ ਦੇ ਉੱਪਰ ਬਾਣੀ ਲਿਖੀ ਹੋਈ ਹੈ, ਉਹ ਸਾਡੇ ਅੰਗ ਜਾਣਨਾ ਕਰੋ। ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਜਿਹੜੇ ਬਾਣੀ ਦੇ ਅੱਖਰ ਨੇ ਉਹ ਸਾਡੇ ਅੰਗ ਹਨ। ਬਾਣੀ ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸੁੱਧ ਗੁਰ ਕੇਰੀ। ਗੁਰਬਾਣੀ ਸੁੱਧ ਪੜ੍ਹਨਾ ਕਰੋ। ਅੱਗੇ ਸੰਥਿਆ ਕਰਨ ਦੇ ਸੰਬੰਧ ਦੇ ਵਿੱਚ ਵੀ ਬਚਨ ਆਉਣਗੇ। ਤੋ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਕਿ ਗੁਰਬਾਣੀ ਦੀ ਸੰਥਿਆ ਕਰਕੇ, ਗੁਰਬਾਣੀ ਦੀ ਸੰਥਿਆ ਲੈ ਕੇ, ਜਿਵੇਂ ਕਿ ਸੰਸਾਰਕ ਕੰਮ ਉਹ ਜਦੋਂ ਪੰਜਾਬ ਦੇਸ਼ ਤੋਂ ਸਾਡੇ ਵੀਰ ਕੈਨੇਡਾ ਅਮਰੀਕੇ ਦੇ ਵਿੱਚ ਆਉਂਦੇ ਨੇ, ਉੱਥੇ ਪੜ੍ਹਾਈਆਂ ਕੀਤੀਆਂ ਹੁੰਦੀਆਂ, ਇੱਥੇ ਆ ਕੇ ਕੰਮ ਵੀ ਸਿੱਖਣੇ ਪੈਂਦੇ ਨੇ। ਜਿਹੜੇ ਸੰਸਾਰਕ ਕੰਮ ਉਹ ਸਿੱਖ ਕੇ ਕਰਨੇ ਪੈਂਦੇ ਨੇ। ਤੇ ਕਈ ਭੁੱਲੜ ਕਹਿੰਦੇ ਫਿਰਦੇ ਨੇ ਕਿ ਇਹ ਤਾਂ ਪੰਜਾਬੀ ਲਿਖੀ ਹੋਈ ਆ, ਆਪੇ ਹੀ ਪੜ੍ਹ ਲੈਣੀ ਚਾਹੀਦੀ ਆ ਤੇ ਸਿੱਖਣ ਦੀ ਲੋੜ ਨਹੀਂ। ਜੇ ਸੰਸਾਰਕ ਕੰਮ ਸਿੱਖਣ ਦੀ ਲੋੜ ਹੈ, ਜਦੋਂ ਬੰਦੇ ਨੇ ਵੱਡੀਆਂ ਕੋਈ ਨੌਕਰੀਆਂ ਕਰਨੀਆਂ ਹੋਣ, ਤੋ ਜੋਬ ਕਰਨੀ ਹੋਵੇ, ਤੇ ਉਸ ਸਮੇਂ ਕਿੰਨੀਆਂ ਡਿਗਰੀਆਂ ਕਰਨੀਆਂ ਪੈਂਦੀਆਂ ਨੇ। ਬਚਪਨ ਤੋਂ ਲੈ ਕੇ ਤੁਸੀਂ ਡਿਗਰੀਆਂ ਕੀਤੀਆਂ ਤੇ ਫੇਰ ਵੀ ਇੱਥੇ ਕੈਨੇਡਾ ਅਮਰੀਕੇ ਦੇ ਵਿੱਚ ਆ ਕੇ ਕੰਮਕਾਰ ਸਿੱਖਣੇ ਪੈਂਦੇ ਨੇ। ਕੋਈ ਵੀ ਕੰਮ ਹੋਵੇ ਤੋ ਉਹ ਸਾਰੇ ਸਿੱਖਣੇ ਪੈਂਦੇ ਨੇ। ਤੇ ਕਈ ਭੁੱਲੜ ਕਹਿੰਦੇ ਫਿਰਦੇ ਬਾਣੀ ਸਿੱਖਣ ਦੀ ਲੋੜ ਨਹੀਂ, ਇਹ ਪੰਜਾਬੀ ਹੈ, ਪੜ੍ਹੀ ਜਾਓ ਇੱਦਾਂ ਹੀ। ਤੋ ਨਹੀਂ, ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਤੇ ਸਿੱਖੇ ਜਾਈ। ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਗਤ ਕੀਤੀ ਤੋ ਉਹਨਾਂ ਦੇ ਪਾਸੋਂ ਗੁਰੂ ਕੀ ਬਾਣੀ ਸਿੱਖਣੀ ਚਾਹੀਦੀ ਹੈ। ਜਿਨ੍ਹਾਂ ਨੇ ਸਮਾਂ ਗੁਜ਼ਾਰਿਆ ਹੈ ਨਾ ਸੰਗਤ ਦੇ ਵਿੱਚੋਂ, ਤੇ ਉਹਨਾਂ ਦੇ ਪਾਸੋਂ ਸਿੱਖਣੀ ਚਾਹੀਦੀ ਹੈ ਗੁਰੂ ਕੀ ਬਾਣੀ। ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਤੇ ਸਿੱਖੇ ਜਾਈ। ਹਾਂਜੀ, ਫਿਰ ਕੱਲੇ ਅੱਖਰ ਨਹੀਂ ਸਿੱਖਣੇ। ਕਈ ਵਾਰੀ ਕਈ ਬੱਚਿਆਂ ਦਾ ਦਿਮਾਗ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਤੇ ਉਹ ਬਚਪਨ ਤੋਂ ਹੀ ਉਹਨਾਂ ਦੇ ਅੱਖਰ ਬੜੇ ਚੱਲਦੇ ਨੇ, ਬੜੀ ਤੀਖਣ ਬੁੱਧੀ ਹੁੰਦੀ ਹੈ ਉਹਨਾਂ ਦੀ, ਤੇ ਬੜੀ ਛੇਤੀ ਜੋ ਅੱਖਰ ਚਾਰ ਸਿੱਖ ਜਾਂਦੇ ਨੇ। ਤੇ ਕੁਝ ਆਪਣੇ ਕੋਲੋਂ ਦਿਮਾਗ ਲਾ ਕੇ ਗੁਰਬਾਣੀ ਸਿੱਖ ਕੇ ਫਿਰ ਕਥਾ ਵੀ ਕਰਨ ਲੱਗ ਪੈਂਦੇ ਨੇ, ਕੀਰਤਨ ਵੀ ਕਰਦੇ ਨੇ। ਪਰ ਜੇ ਸੇਵਾ ਸਿਮਰਨ ਨਾ ਕੀਤਾ ਜਾਵੇ ਤੇ ਫਿਰ ਜੀਵਨ ਨਹੀਂ ਬਣਦਾ। ਗੁਰਮੁਖੀ ਅੱਖਰ ਗੁਰਬਾਣੀ ਦੀ ਸੰਥਿਆ ਕਰਦਿਆਂ, ਗੁਰਮਤਿ ਦੀ ਵਿੱਦਿਆ ਲੈਂਦਿਆਂ ਸੇਵਾ ਸਿਮਰਨ ਵੀ ਕਰਨਾ ਚਾਹੀਦਾ। ਨਿਮਰਤਾ, ਪ੍ਰੇਮ ਭਾਵਨਾ, ਜਿਹੜੇ ਸ੍ਰੇਸ਼ਟ ਗੁਣ ਨੇ ਨਾ, ਉਹ ਪ੍ਰਾਪਤ ਹੋਣਗੇ ਫਿਰ। ਤੇ ਫਿਰ ਸਤਿਗੁਰੂ ਜੀ ਨੇ ਜੋ ਇਤਿਹਾਸ ਦੇ ਵਿੱਚ ਗੁਰਬਾਣੀ ਦੇ ਵਿੱਚ ਹੁਕਮ ਕੀਤਾ, ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ। ਤੇ ਫਿਰ ਗੁਰੂ ਕੇ ਪਿਆਰਿਓ ਸੰਗਤ ਦੇ ਵਿੱਚ ਵਿਚਰਨ ਦਾ ਢੰਗ ਪ੍ਰਾਪਤ ਹੋਵੇਗਾ। ਨਹੀਂ ਤਾਂ ਮਾਨ ਅਭਿਮਾਨ ਮੱਧੇ ਸੋ ਸੇਵਕ ਨਾਹੀਂ, ਉਹਨੂੰ ਸੇਵਕ ਨਹੀਂ ਕਿਹਾ ਜਾਂਦਾ ਜੋ ਮਾਨ ਅਭਿਮਾਨ ਦੇ ਵਿੱਚ ਹੈ ਤੇ ਜੋ ਕਿਸੇ ਦਾ ਬਚਨ ਮੰਨੇ ਹੀ ਨਾ। ਹਾਂਜੀ, ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਰੋਮ ਰੋਮ ਅਛਰ ਸੋ ਲਹੋ। ਹਾਂਜੀ, ਸਤਿਗੁਰੂ ਜੀ ਬਚਨ ਕਰਦੇ ਹਨ ਕਿ ਗੁਰੂ ਕੇ ਸਿੱਖੋ, ਜਿਹੜੇ ਗੁਰਬਾਣੀ ਦੇ ਅੱਖਰ ਹੈ ਨਾ, ਉਹ ਸਾਡੇ ਰੋਮ ਰੋਮ ਕਰਕੇ ਜਾਣਨਾ ਕਰੋ। ਗੁਰਬਾਣੀ ਦੇ ਇੱਕ ਅੱਖਰ ਨੂੰ ਸਾਡੇ ਰੋਮ ਜਾਣਨਾ ਕਰੋ, ਭਾਵ ਕਿ ਸਾਡੇ ਅੰਗ ਹਨ। ਬਾਤ ਜਥਾਰਥ ਤੁਮ ਸੋ ਕਹੋ। ਹਾਂਜੀ, ਇਹ ਜਥਾਰਥ ਸੱਚੇ ਬਚਨ ਅਸੀਂ ਤੁਹਾਨੂੰ ਜੋਗ ਬਚਨ ਕਹਿ ਰਹੇ ਹਾਂ, ਸੱਚੇ ਬਚਨ ਕਹਿ ਰਹੇ ਹਾਂ। ਅਸੀਂ ਤੁਹਾਨੂੰ ਗੁਰੂ ਕੇ ਸਿੱਖੋ ਇਹ ਹਿਰਦੇ ਦੇ ਵਿੱਚ ਧਾਰਨ ਕਰ ਲੈਣਾ ਕਰੋ ਜੀ। ਜੋ ਸਿੱਖ ਗੁਰ ਦਰਸ਼ਨ ਕੀ ਚਾਹੇ। ਜੋ ਗੁਰੂ ਕਾ ਸਿੱਖ ਗੁਰੂ ਕੇ ਦਰਸ਼ਨਾਂ ਦੀ ਇੱਛਾ ਰੱਖਦਾ ਹੈ ਨਾ, ਚਾਹ ਰੱਖਦਾ ਹੈ, ਆਪਣੇ ਹਿਰਦੇ ਦੇ ਵਿੱਚ ਇੱਛਾ ਰੱਖਦਾ, ਭਾਵਨਾ ਰੱਖਦਾ
ਕਿ ਗੁਰੂ ਕੇ ਸਤਿਗੁਰੂ ਜੀ ਦੇ ਦਰਸ਼ਨ ਮੈਨੂੰ ਹੋ ਜਾਣ। ਦਰਸ਼ਨ ਕਰੇ ਗ੍ਰੰਥ ਜੀ ਆਹੇ। ਉਹ ਗੁਰੂ ਕਾ ਸਿੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨਾ ਕਰੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਵਰਨਾ ਕੋਏ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਕਰਕੇ ਗੁਰਬਾਣੀ ਨੂੰ ਹੀ ਗੁਰੂ ਮੰਨਣਾ ਹੈ। ਗੁਰੂ ਕੇ ਸਿੱਖ ਨੇ ਕਹਿਣ ਤੋਂ ਭਾਵ ਕਿ ਜਿਵੇਂ ਮੂਰਤੀ ਹੈ ਉਹ ਨਹੀਂ ਉਪਦੇਸ਼ ਦੇ ਸਕਦੀ, ਮੜੀਆਂ ਨੇ ਮਠ ਨੇ ਜਿਹੜੇ ਉਹ ਉਪਦੇਸ਼ ਨਹੀਂ ਦੇ ਸਕਦੇ। ਜਿਹੜੇ ਅੱਖਰ ਲਿਖੇ ਹੋਣ ਨਾ ਉਹ ਬੰਦੇ ਦੇ ਜੀਵਨ ਨੂੰ ਸੋਹਣਾ ਸੁਚੱਜਾ ਬਣਾਉਂਦੇ ਨੇ। ਜਿਵੇਂ ਪਹਿਲਾਂ ਤੁਸੀਂ ਸਕੂਲ ਦੇ ਵਿੱਚ ਪੜ੍ਹਾਈ ਕਰਦਿਆਂ ਹੋਇਆਂ ਅੱਖਰ ਹੀ ਪੜ੍ਹੇ ਹੈ ਨਾ, ਇਸ ਕਰਕੇ ਕੈਨੇਡਾ ਅਮਰੀਕੇ ਦੇ ਵਿੱਚ ਆਉਣ ਦੇ ਯੋਗ ਹੋ ਗਏ। ਪਰ ਪੜ੍ਹਾਈਆਂ ਕੀਤੀਆਂ ਨੇ, ਡਿਗਰੀਆਂ ਕੀਤੀਆਂ ਨੇ ਉਹ ਅੱਖਰ ਪੜ੍ਹ ਕੇ ਹੀ। ਤੇ ਜਦੋਂ ਜਿਹੜੇ ਜਿਵੇਂ ਭਗਤ ਕਬੀਰ ਜੀ ਨੇ, ਭਗਤ ਨਾਮਦੇਵ ਜੀ ਨੇ, ਭਗਤ ਫਰੀਦ ਜੀ ਨੇ ਅਤੇ ਗੁਰੂ ਕੇ ਸਿੱਖਾਂ ਨੇ, 10 ਗੁਰੂ ਸਾਹਿਬਾਨਾਂ ਨੇ ਜੋ ਬਚਨ ਉਚਾਰਨ ਕੀਤੇ ਨੇ, ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਉਚਾਰਨ ਕੀਤੀ ਹੈ। ਤੋ ਗੁਰੂ ਕੇ ਸਿੱਖੋ ਸਤਿਗੁਰੂ ਜੀ ਦੇ ਜਿਹੜੇ ਬਚਨ ਉਚਾਰਨ ਕੀਤੇ ਹੋਏ ਨਾ ਜਦੋਂ ਉਹ ਪੜ੍ਹਾਂਗੇ ਤੇ ਸਾਡਾ ਭੁੱਲਿਆ ਭਟਕਿਆ ਮਨ ਗੁਰੂ ਕੇ ਚਰਨਾਂ ਦੇ ਨਾਲ, ਬਾਣੀ ਦੇ ਨਾਲ ਜੁੜੇਗਾ। ਅਤੇ ਜੋ ਸਾਡੇ ਅੰਦਰ ਕੁਰੀਤੀਆਂ ਨੇ ਨਾ, ਭੈੜੇ ਕਰਮ ਨੇ ਜਿਹੜੇ, ਉਹ ਤਿਆਗਾਂਗੇ। ਹੌਲੀ ਹੌਲੀ ਤਾਕਦਿਆਂ ਪੁਨः ਅਭਿਆਸ ਕਰਦਿਆਂ ਹੋਇਆਂ ਮਨ ਸਿੱਧਾ ਪੱਧਰਾ ਹੋ ਜਾਵੇਗਾ। ਜਿਵੇਂ ਭਗਤ ਫਰੀਦ ਜੀ ਨੇ ਬਚਨ ਕੀਤੇ ਨੇ ਕਿ ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹ। ਅੱਗੇ ਮੂਲ ਨਾ ਆਵਸੀ, ਦੋਜਕ ਸੰਧੀ ਭਾਹੇ। ਇਸ ਪ੍ਰਕਾਰ ਦੇ ਬਚਨ ਕਹੇ ਨੇ ਕਿ ਦੋਜਕ ਦੀ ਅੱਗ ਦੇ ਵਿੱਚ ਨਹੀਂ ਸੜਨਾ ਪਵੇਗਾ ਜੇ ਟੋਏ ਟਿੱਬੇ ਲਾਹ ਦੇਵੇਂਗਾ, ਟੋਏ ਟਿੱਬੇ ਦੂਰ ਕਰ ਦੇਵੇਂਗਾ। ਭਾਵ ਕਿ ਮਨ ਨੂੰ ਸਿੱਧਾ ਗਰਾਊਂਡ ਵਾਂਗੂ ਬਣਾ ਲਵੇਂਗਾ। ਤੇ ਫਿਰ ਗੁਰੂ ਕੇ ਸਿੱਖਾ ਟੋਏ ਟਿੱਬੇ ਜਦੋਂ ਦੂਰ ਹੋ ਗਏ, ਵਾਲ ਛਲ ਦੂਰ ਹੋ ਗਏ, ਛਲ ਫਰੇਬ ਦਗਾ ਦੂਰ ਹੋ ਗਿਆ। ਜਿਵੇਂ ਬਚਨ ਆਏ ਨੇ ਕਿ ਅੰਤਰ ਕਪਟ ਚੁਕਾਵਹੁ ਗੁਰ ਸਿੱਖੋ, ਨਹਿ ਕਪਟ ਕਮਾਵਹੁ ਹਰ ਕੀ ਹਰ ਘਾਲ। ਨਿਹਾਲ ਨਿਹਾਲ ਨਿਹਾਲ, ਨਦਰੀ ਨਦਰ ਨਿਹਾਲ ਕਰ ਦੇਣਗੇ। ਜਦੋਂ ਅੰਦਰੋਂ ਕਪਟ ਦੂਰ ਹੋ ਗਿਆ, ਛਲ ਫਰੇਬ ਧੋਖੇਬਾਜ਼ੀਆਂ ਦਗੇਬਾਜ਼ੀਆਂ ਦੂਰ ਹੋ ਗਈਆਂ, ਤੇ ਫਿਰ ਸਤਿਗੁਰੂ ਜੀ ਕਿਰਪਾ ਕਰ ਦੇਣਗੇ, ਆਪਣੇ ਚਰਨਾਂ ਦੇ ਨਾਲ ਜੋੜ ਲੈਣਗੇ ਕਿਰਪਾ ਕਰਕੇ। ਪ੍ਰਭਾਤ ਸਮੇਂ ਕਰਕੇ ਇਸਨਾਨ, ਅੰਮ੍ਰਿਤ ਵੇਲੇ ਗੁਰੂ ਕਾ ਸਿੱਖ ਪ੍ਰਭਾਤ ਵੇਲਾ ਜਦੋਂ ਹੋਵੇ, ਅੰਮ੍ਰਿਤ ਵੇਲੇ ਗੁਰੂ ਕਾ ਸਿੱਖ ਇਸ਼ਨਾਨ ਪਾਨ ਕਰੇ। ਤੀਨ ਪ੍ਰਦક્ષਣਾ ਕਰੈ ਸੋ ਜਾਨ, ਹਾਂਜੀ, ਗੁਰੂ ਕੇ ਦਰਬਾਰ ਦੇ ਵਿੱਚ ਆ ਕੇ 3 ਪ੍ਰਦક્ષਣਾ ਕਰਨਾ ਕਰੇ। ਭਾਵ ਕੇ 3 ਪਰਿਕਰਮਾ ਕਰੇ ਗੁਰੂ ਕਾ ਪਿਆਰਾ ਸਿੱਖ। ਸ਼ਬਦ ਸੁਨੈ ਗੁਰ ਹਿਤ ਚਿਤ ਲਾਏ, ਗੁਰੂ ਕੇ ਪਾਵਨ ਦਰਬਾਰ ਦੇ ਵਿੱਚ ਜੇ ਨਿਤਨੇਮ ਹੁੰਦਾ ਹੋਵੇ, ਜਾਪ ਹੁੰਦਾ ਹੋਵੇ, ਵਾਹਿਗੁਰੂ ਮੰਤਰ ਦਾ, ਗੁਰ ਮੰਤਰ ਦਾ, ਮੂਲ ਮੰਤਰ ਦਾ ਜਾਪ ਹੁੰਦਾ ਹੋਵੇ, ਉਹ ਕਰੇ। ਆਸਾ ਜੀ ਦੀ ਵਾਰ ਦਾ ਕੀਰਤਨ ਸੁਣੇ, ਕਥਾ ਕੀਰਤਨ ਸੁਖਦਾਈ। ਇਹ ਦਾਤਾਂ ਸਾਡੀ ਝੋਲੀ ਦੇ ਵਿੱਚ ਪਾਈਆਂ ਨੇ ਸਤਿਗੁਰੂ ਜੀ ਨੇ। ਤੋ ਇਹ ਜੋ ਗੁਰੂ ਕੇ ਦਰਬਾਰ ਦੇ ਵਿੱਚ ਕੀਰਤਨ ਹੋਵੇ, ਕਥਾ ਹੋਵੇ, ਉਹ ਪ੍ਰੇਮ ਦੇ ਸਹਿਤ, ਪ੍ਰੇਮ ਦੇ ਵਿੱਚ ਭਿੱਜ ਕੇ ਸੁਣਨਾ ਕਰੇ ਗੁਰੂ ਕਾ ਪਿਆਰਾ ਸਿੱਖ। ਗਿਆਨ ਸ਼ਬਦ ਗੁਰ ਸੁਨੈ ਸੁਨਾਏ, ਹਾਂਜੀ, ਗੁਰੂ ਕੇ ਸ਼ਬਦ ਨੂੰ ਜਦੋਂ ਸੁਣੇ ਨਾ ਤੇ ਫਿਰ ਸ਼ਬਦ ਦੇ ਵਿੱਚੋਂ ਗਿਆਨ ਪ੍ਰਾਪਤ ਹੁੰਦਾ ਹੈ। ਜੋ ਮਮ ਸਾਥ ਚਾਹੇ ਕਰ ਬਾਤ, ਹਾਂਜੀ, ਜੋ ਗੁਰੂ ਕਾ ਸਿੱਖ ਸਾਡੇ ਨਾਲ ਬਚਨ ਕਰਨਾ ਚਾਹੁੰਦਾ ਹੈ। ਗ੍ਰੰਥ ਜੀ ਪੜ੍ਹੈ ਵਿਚਾਰਹਿ ਸਾਥ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੇ ਤੇ ਫਿਰ ਵਿਚਾਰੇ, ਤੇ ਉਹਦੇ ਸਾਡੇ ਨਾਲ ਬਚਨ ਹੋਣਗੇ। ਜਦੋਂ ਬਾਣੀ ਪੜ੍ਹੇਗਾ ਨਾ ਤੇ ਫਿਰ ਉਹਦੇ ਪ੍ਰਸ਼ਨਾਂ ਦਾ ਉੱਤਰ ਉਹਨਾਂ ਬਚਨਾਂ ਦੇ ਵਿੱਚੋਂ, ਉਹਨਾਂ ਸ਼ਬਦਾਂ ਦੇ ਵਿੱਚੋਂ ਹੀ ਮਿਲ ਜਾਣਾ ਹੈ ਜੋ ਸਾਡੇ ਨਾਲ ਬਚਨ ਕਰਨਾ ਚਾਹੁੰਦਾ ਗੁਰੂ ਕਾ ਸਿੱਖ। ਜੋ ਮੁਝ ਬਚਨ ਸੁਣਨ ਕੀ ਚਾਹੇ, ਜੋ ਸਾਡੇ ਬਚਨ ਸੁਣਨ ਦੀ ਇੱਛਾ ਰੱਖਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ, ਸਾਡੇ ਬਚਨ ਸੁਣਨਾ ਚਾਹੁੰਦਾ ਹੈ, ਗੁਰੂ ਕਾ ਸਿੱਖ। ਗ੍ਰੰਥ ਵਿਚਾਰ ਸੁਨਹੁ ਚਿਤ ਲਾਏ, ਗੁਰੂ ਕੇ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰੇਮ ਦੇ ਸਹਿਤ ਸੁਣੋ, ਫਿਰ ਉਹਦੀ ਵਿਚਾਰ ਕਰੋ।
ਪਹਿਲਾਂ ਸੁਣੀਏ ਫਿਰ ਮੰਨੀਏ ਫਿਰ ਨਿਧਿਆਸਨ ਕਰੀਏ। ਸ਼ਰਵਣ ਮੰਨਣ ਨਿਧਿਆਸਨ ਇਹ ਕਮਾਈ ਕਰਨਾ ਕਰੀਏ ਜੀ ਚਿੱਤ ਲਾ ਕੇ। ਮੇਰਾ ਰੂਪ ਗ੍ਰੰਥ ਜੀ ਜਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਕੇ ਸਿੱਖੋ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਨਾ, ਉਹ ਸਾਡਾ ਰੂਪ ਹੀ ਜਾਣਨਾ ਕਰੋ ਜੀ। ਇਨ ਮੇ ਭੇਦ ਨਾ ਰੰਚਕ ਮਾਨ। ਰੰਚਕ ਮਾਤਰ ਵੀ, ਭੋਰਾ ਜਿੰਨਾ ਰਾਈ ਜਿੰਨਾ ਵੀ, ਇਹਦੇ ਵਿੱਚ ਕੋਈ ਭੇਦ ਨਹੀਂ ਹੈ। ਤੀਸਰ ਰੂਪ ਸਿੱਖ ਹੈ ਮੋਰ। ਤੀਜਾ ਰੂਪ ਹੈ ਨਾ ਜਿਹੜਾ, ਉਹ ਸਾਡੇ ਸਿੱਖ ਹਨ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਗੁਰੂ ਜੀ ਦੇ ਦਰਸ਼ਨ ਨਾ ਹੋਣ, ਗੁਰੂ ਘਰ ਨੇੜੇ ਨਾ ਹੋਵੇ, ਗੁਰਦੁਆਰਾ ਸਾਹਿਬ ਨਾ ਆਇਆ ਜਾਵੇ, ਤੇ ਦੋ ਸਿੱਖ ਜੋ ਪੰਜ ਸਿੰਘਾਂ ਦੇ ਦਰਸ਼ਨ ਕਰ ਲਵੇ, ਤੇ ਜੇ ਪੰਜ ਸਿੰਘਾਂ ਦੇ ਦਰਸ਼ਨ ਵੀ ਨਾ ਹੋਣ ਤੇ ਗੁਰੂ ਕਾ ਸਿੱਖ ਫਿਰ ਇੱਕ ਸਿੰਘ ਨੂੰ ਹੀ ਮਿਲੇ ਤੇ ਉਹਨੂੰ ਫਤਿਹ ਗਜਾਵੇ, ਤੇ ਇਹ ਜਾਣੇ ਕਿ ਮੈਨੂੰ ਗੁਰੂ ਕੇ ਦਰਸ਼ਨ ਹੋ ਗਏ ਨੇ। ਇੰਨੀ ਭਾਵਨਾ ਹੋਣੀ ਚਾਹੀਦੀ ਹੈ ਗੁਰੂ ਕੇ ਸਿੱਖ ਦੇ ਵਿੱਚ। ਜੋ ਤੀਸਰ ਰੂਪ ਸਿੱਖ ਹੈ ਮੇਰੋ, ਤੀਜਾ ਰੂਪ ਹੈ ਸਾਡਾ ਸਿੱਖ। ਹਾਂਜੀ, ਗੁਰਬਾਣੀ। ਗੁਰਬਾਣੀ ਰਤ ਜਿਹ ਨਿਸ ਭੋਰ। ਹਾਂਜੀ, ਜਿਹੜਾ ਗੁਰੂ ਕਾ ਸਿੱਖ ਨਿਤਨੇਮੀ ਹੈ, ਸ਼ਾਮ ਸਵੇਰੇ ਨਿਤਨੇਮ ਕਰਦਾ ਹੈ ਅਤੇ ਨਿਤਾ ਪ੍ਰਤੀ ਕੰਮਕਾਰ ਧੰਦੇ ਕਰਦਿਆਂ ਹੋਇਆਂ ਗੁਰਬਾਣੀ ਪੜ੍ਹਦਾ, ਕਥਾ ਕੀਰਤਨ ਸੁਣਦਾ ਹੈ। ਪਹਿਲੇ ਸਮੇਂ ਦੇ ਵਿੱਚ ਇੰਨੇ ਸਾਧਨ ਨਹੀਂ ਸਨ ਹੁੰਦੇ, ਪਰ ਫਿਰ ਵੀ ਇੰਨੇ ਅਭਿਆਸੀ ਹੁੰਦੇ ਸਨ ਗੁਰੂ ਕੇ ਸਿੱਖ। ਅੱਜ ਦੇ ਸਮੇਂ ਭਾਵੇਂ ਸਾਰਾ ਦਿਨ ਮੋਬਾਈਲ ਦੇ ਵਿੱਚ ਬਾਣੀ ਸੁਣੀ ਜਾਵੇ, ਕਹਿਣ ਤੋਂ ਭਾਵ ਕਿ ਬੜੇ ਸਾਧਨ ਬਖਸ਼ ਦਿੱਤੇ ਨੇ। ਪਹਿਲਾਂ ਗੁਰੂ ਕੇ ਸਿੱਖਾਂ ਨੂੰ ਪੋਥੀਆਂ ਨਹੀਂ ਸੀ ਮਿਲਿਆ ਕਰਦੀਆਂ। ਜਿਹੜਾ ਗੁਰੂ ਕਾ ਸਿੱਖ ਗੁਰਬਾਣੀ ਲਿਖਦਾ ਸੀ ਨਾ ਪ੍ਰੇਮ ਦੇ ਨਾਲ, ਉਹਦਾ ਬੜਾ ਸਤਿਕਾਰ ਹੁੰਦਾ ਸੀ ਪੰਥ ਦੇ ਵਿੱਚ। ਤੋ ਗੁਰਬਾਣੀ ਦੀਆਂ ਪੋਥੀਆਂ ਵੀ ਨਹੀਂ ਸਨ ਪ੍ਰਾਪਤ ਹੁੰਦੀਆਂ। ਥਾਵਾਂ ਥਾਵਾਂ ਤੇ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ। ਹੁਣ ਤਾਂ ਐਸੀ ਕਿਰਪਾ ਕਰ ਦਿੱਤੀ ਸਤਿਗੁਰੂ ਜੀ ਦੇ ਬਚਨ ਜਿਹੜੇ ਭਾਈ ਗੁਰਦਾਸ ਜੀ ਨੇ ਲਿਖੇ, ਉਹ ਪੂਰੇ ਹੋ ਗਏ ਨੇ। ਹੁਣ ਘਰ ਘਰ ਅੰਦਰ ਧਰਮਸਾਲ, ਕਈਆਂ ਨੇ ਧਰਮਸ਼ਾਲਾ ਇੱਥੇ ਕੈਨੇਡਾ ਅਮਰੀਕੇ ਦੇ ਵਿੱਚ ਵੀ ਪੈਸੇ ਕਮਾਉਣ ਵਾਸਤੇ ਬਣਾਈਆਂ ਹੋਈਆਂ, ਭਾਵ ਕਿ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੋ ਪ੍ਰਕਾਸ਼ ਕੀਤੇ ਨੇ, ਗੁਰੂ ਕਾ ਪ੍ਰਕਾਸ਼ ਕੀਤਾ। ਭਾਵੇਂ ਕਈਆਂ ਕੋਲ ਸੇਵਾ ਸੰਪੂਰਨ ਤੌਰ ਤੇ ਨਹੀਂ ਹੁੰਦੀ, ਫਿਰ ਵੀ ਧੱਕੇ ਜੇ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਵਿਸਾਹ ਪ੍ਰੀਤ ਗੁਰ ਸ਼ਬਦ ਜੋ ਧਰੇ। ਹਾਂਜੀ, ਗੁਰੂ ਕਾ ਸਿੱਖ ਗੁਰਬਾਣੀ ਰਤ, ਗੁਰਬਾਣੀ ਰਤ ਜਿਹ ਨਿਸ ਭੋਰ। ਗੁਰਬਾਣੀ ਦੇ ਨਾਲ ਪ੍ਰੇਮ ਕਰੇ ਰਾਤ ਦਿਨ ਗੁਰੂ ਕਾ ਪਿਆਰਾ ਸਿੱਖ। ਵਿਸਾਹ ਪ੍ਰੀਤ ਗੁਰ ਸ਼ਬਦ ਜੋ ਧਰੇ। ਹਾਂਜੀ, ਸਿੱਖਾਂ ਨੂੰ ਸਿੱਖੀ ਦਾਨ, ਨਾਮ ਦਾਨ, ਵਿਸਾਹ ਦਾਨ, ਇਸ ਪ੍ਰਕਾਰ ਦੇ ਬਚਨ ਆਏ ਨੇ। ਤੇ ਵਿਸਾਹ ਭਾਵ ਕਿ ਪ੍ਰਤੀਤ ਭਰੋਸਾ ਹੋਵੇ, ਗੁਰੂ ਕੇ ਸ਼ਬਦ ਦੇ ਉੱਤੇ ਭਰੋਸਾ ਹੋਵੇ, ਤੋ ਕਦੇ ਵੀ ਗੁਰੂ ਕਾ ਸਿੱਖ ਆਪਣੇ ਭਰੋਸੇ ਨੂੰ ਡੁਲਾਵੇ ਨਾ, ਡਿੱਗੈ ਨਾ ਡੋਲੇ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਪੂਰਨ ਤੌਰ ਤੇ ਗੁਰੂ ਕੇ ਸ਼ਬਦ ਦੇ ਉੱਤੇ ਤ੍ਰਿਪਤੀ ਹੋਵੇ, ਭਰੋਸਾ ਹੋਵੇ, ਵਿਸ਼ਵਾਸ ਹੋਵੇ, ਤੇ ਗੁਰੂ ਕੇ ਸਿੱਖ ਦਾ ਸਿਰ ਭਾਵੇਂ ਵੱਢਿਆ ਜਾਵੇ, ਪਰ ਗੁਰੂ ਤੋਂ ਬਿਨਾਂ 1 ਇੰਚ ਮਾਤਰ ਵੀ ਹੋਰ ਕਿਤੇ ਅਨਮਤੀਆਂ ਦੇ ਕੋਲ ਮੜੀਆਂ ਤੇ ਮਠਾਂ ਤੇ ਮੂਰਤੀਆਂ ਨੂੰ ਜਾ ਕੇ ਮੱਥਾ ਨਾ ਟੇਕੇ। ਇਹ ਪੱਕਾ ਵਿਸ਼ਵਾਸ ਹੋਵੇ ਗੁਰੂ ਕੇ ਸਿੱਖ ਦਾ, ਅਤੇ ਗੁਰੂ ਦੇ ਉੱਤੇ ਭਰੋਸਾ ਹੋਵੇ, ਪ੍ਰਤੀਤ ਹੋਵੇ, ਸ਼ਬਦ ਦੇ ਨਾਲ ਜੁੜਿਆ ਹੋਵੇ। ਗੁਰ ਕਾ ਦਰਸ਼ਨ ਨਿਤ ਉੱਠ ਕਰੇ। ਗੁਰੂ ਕਾ ਦਰਸ਼ਨ ਨਿਤਾ ਪ੍ਰਤੀ ਉੱਠ ਕੇ ਕਰੇ। ਇਹ ਨੇਮ ਹੋਵੇ ਗੁਰੂ ਕੇ ਸਿੱਖ ਦਾ ਕਿ ਨਿਤਨੇਮ ਕਰਕੇ, ਦਰਸ਼ਨ ਕਰਕੇ ਫਿਰ ਕੋਈ ਜਲ ਪਾਣੀ ਛਕੇ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਤੋ ਗੁਰੂ ਕੇ ਪਿਆਰਿਓ, ਅੱਗੇ ਜਿਹੜੇ ਵਚਨ ਆਉਣਗੇ ਨਾ, ਉਹ ਵੀ ਆਪਾਂ ਇਸੇ ਹੀ ਤਰ੍ਹਾਂ ਪ੍ਰੇਮ ਦੇ ਸਹਿਤ ਸੁਣਾਂਗੇ। ਕੱਲ ਨੂੰ ਇਹਨਾਂ ਵਚਨਾਂ ਦੀ ਵਿਚਾਰ ਸੰਪੂਰਨ ਹੋਣੀ ਹੈ, ਤੇ ਫਿਰ ਅੱਗੇ ਜਿੱਥੇ ਜੇ ਕਥਾ ਚੱਲਦੀ ਸੀ ਉਹ ਆਪਾਂ ਸਰਵਣ ਕਰਾਂਗੇ। ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ ਸਤਿਗੁਰੂ ਜੀ, ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ। ਨਾਲ ਹੀ ਸਤਿਗੁਰੂ ਜੀ ਦੇ ਅੱਗੇ ਤਰਲਾ ਲੈਂਦੇ ਰਹੀਏ ਕਿ ਸਤਿਗੁਰੂ ਜੀ ਉਹ ਰਹਿਤ ਮਰਿਆਦਾ ਦੇ ਵਿੱਚ, ਰਹਿਤ ਨਾਮਿਆਂ ਦੇ ਵਿੱਚ ਆਪ ਜੀ ਨੇ ਬੜੇ ਸੁੰਦਰ ਬਚਨ ਕੀਤੇ ਨੇ, ਪਰ ਅਸੀਂ ਭੁੱਲੜ ਸਿੱਖ, ਸੁਸਤ ਸਿੱਖ, ਅਸੀਂ ਆਪ ਜੀ ਦੇ ਬਚਨਾਂ ਨੂੰ ਕਮਾਉਂਦੇ ਨਹੀਂ ਹਾਂ। ਆਪ ਹੀ ਮਿਹਰ ਕਰੋ ਜੀ, ਸਿਰ ਤੇ ਮਿਹਰ ਭਰਿਆ ਹੱਥ ਰੱਖੋ।
ਪਹਿਲਾਂ ਅਸੀਂ ਆਪ ਜੀ ਦੇ ਬਚਨਾਂ ਨੂੰ ਕਮਾਈਏ, ਗੁਰਸਿੱਖੀ ਮਾਰਗ ਦੇ ਉੱਪਰ ਚੱਲੀਏ, ਤੇ ਜਿਹੜੇ ਗੁਰੂ ਕੇ ਸਿੱਖ ਗੁਰਸਿੱਖੀ ਮਾਰਗ ਦੇ ਉੱਪਰ ਚੱਲਣਗੇ ਨਾ, ਉਹਨਾਂ ਦੇ ਜੀਵਨ ਦੇ ਨਾਲ ਹੀ ਪੰਥ ਦੀ ਚੜ੍ਹਦੀ ਕਲਾ ਹੋਣੀ ਹੈ। ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ, ਆਪਣਾ ਰਾਜ ਭਾਗ ਅਸੀਂ ਚਾਹੁੰਦੇ ਹਾਂ, ਪਰ ਗੁਰੂ ਕੇ ਪਿਆਰਿਓ, ਜਦੋਂ ਬਾਣੀ ਦੇ ਨਾਲ ਗੁਰੂ ਕੀ ਰਹਿਤ ਮਰਿਆਦਾ ਦੇ ਵਿੱਚ ਪ੍ਰਪੱਕ ਹੋਵਾਂਗੇ, ਫਿਰ ਸਤਿਗੁਰੂ ਜੀ ਕਿਰਪਾ ਕਰਨਗੇ। ਗੁਰੂ ਕੇ ਖੁਸ਼ੇ ਤਾਂ ਹੋਣਗੇ ਜੇ ਰਹਿਤ ਮਰਿਆਦਾ ਦੇ ਵਿੱਚ ਗੁਰੂ ਕੀ ਬਾਣੀ ਦੇ ਵਿੱਚ ਬਾਣੀ ਦੇ ਧਾਰਨੀ ਹੋਈਏ। ਇਹ ਸਤਿਗੁਰੂ ਜੀ ਦੇ ਅੱਗੇ ਤਰਲਾ ਲੈਂਦੇ ਰਹੀਏ ਕਿ ਸਤਿਗੁਰੂ ਜੀ ਉਹ ਸਾਡੇ ਵਿੱਚ ਸਮਰੱਥਾ ਨਹੀਂ, ਆਪ ਹੀ ਕਿਰਪਾ ਕਰੋ। ਗੁਰੂ ਕੇ ਪਾਵਨ ਬਚਨਾਂ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ। ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣ ਹਾਰ ਹੈ, ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਜਿਹ ਨਿਸ ਭੋਰ, ਵਿਸਾਹ ਪ੍ਰੀਤ ਗੁਰ ਸ਼ਬਦ ਜੋ ਧਰੇ, ਗੁਰ ਕਾ ਦਰਸ਼ਨ ਨਿਤ ਉਠ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।